ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਮੈਂ ਸੋਨੀਆ ਆਪਣੇ YouTube ਚੈਨਲ ਗਿਆਨ ਗੁਰਮੁਖੀ ਵਿੱਚ ਤੁਹਾਡੇ ਨਾਲ ਵਿਆਕਰਨ ਦੇ ਦੂਜੇ ਅੰਗ ਸ਼ਬਦ-ਬੋਧ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ। ਆਓ ਸ਼ੁਰੂ ਕਰੀਏ। ਵਿਆਕਰਨ ਦਾ ਉਹ ਭਾਗ ਜਿਹੜਾ ਸਾਨੂੰ ਸ਼ਬਦ ਰਚਨਾ, ਸ਼ਬਦ ਭੇਦ ਅਤੇ ਸ਼ਬਦ ਰੂਪਾਂਤਰਨ ਸੰਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਾ ਹੈ, ਸ਼ਬਦ-ਬੋਧ ਅਖਵਾਉਂਦਾ ਹੈ। ਭਾਵ ਸ਼ਬਦਾਂ ਨਾਲ ਸੰਬੰਧਿਤ ਉਹਨਾਂ ਦੇ ਬਣਨ ਤੋਂ ਲੈ ਕੇ ਪ੍ਰਯੋਗ ਤੱਕ ਦੇ ਨਿਯਮਾਂ ਦੀ ਜਾਣਕਾਰੀ ਜਿਸ ਸਾਧਨ ਤੋਂ ਮਿਲਦੀ ਹੈ ਉਹ ਸ਼ਬਦ-ਬੋਧ ਹੈ। ਹੁਣ ਅਸੀਂ ਦੇਖਦੇ ਹਾਂ ਕਿ ਸ਼ਬਦ ਕੀ ਹੈ। ਸ਼ਬਦ ਭਾਸ਼ਾ ਦੀ ਮੂਲ ਇਕਾਈ ਹੈ। ਸ਼ਬਦ ਅੱਖਰਾਂ, ਲਗਾਂ ਤੇ ਲਗਾਖਰਾਂ ਦੇ ਸੁਮੇਲ ਤੋਂ ਬਣਦਾ ਹੈ। ਮਨੁੱਖ ਦੇ ਮੂੰਹ ਵਿੱਚ ਨਿਕਲੀਆਂ ਧੁਨੀਆਂ ਦੇ ਸੰਯੋਗ ਜਾਂ ਮੇਲ ਤੋਂ ਬਣੇ ਛੋਟੇ-ਛੋਟੇ ਤੇ ਸੁਤੰਤਰ ਬੋਲ ਸ਼ਬਦ ਕਹਾਉਂਦੇ ਹਨ। ਦੋਸਤੋ, ਜਾਂ ਅਸੀਂ ਕਹਿ ਸਕਦੇ ਹਾਂ, ਸ਼ਬਦ ਬੋਲੀ ਦੀ ਉਹ ਛੋਟੀ ਇਕਾਈ ਹੈ ਜਿਹੜੇ ਵਾਕ ਵਿੱਚ ਪ੍ਰਯੋਗ ਹੋ ਕੇ ਭਾਵ ਪ੍ਰਗਟ ਕਰਦੇ ਹਨ। ਦੋਸਤੋ, ਸ਼ਬਦ ਵੰਡ ਦੀ ਜਾਣਕਾਰੀ ਨੂੰ ਅਸੀਂ ਦੇਖੀਏ ਤਾਂ ਸ਼ਬਦਾਂ ਦੀ ਵੰਡ ਹੇਠ ਲਿਖੇ ਆਧਾਰਾਂ ਤੇ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾ ਹੈ ਅਰਥ ਦੇ ਆਧਾਰ ਤੇ। ਅਰਥ ਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ। ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਜਾਂ ਭਾਵ ਹੋਵੇ, ਜਿਨ੍ਹਾਂ ਦਾ ਕੋਈ ਮੀਨਿੰਗ ਹੋਵੇ, ਜਿਵੇਂ ਗੰਗਾ, ਕੁਰਸੀ, ਫੁੱਲ, ਕਾਂ, ਘਰ, ਚਿੜੀ ਆਦਿ। ਤੇ ਇਸ ਤੋਂ ਉਲਟ ਹੁੰਦੇ ਨੇ ਨਿਰਾਰਥਕ ਸ਼ਬਦ, ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ ਪਰ ਸਾਰਥਕ ਸ਼ਬਦਾਂ ਨਾਲ ਜੁੜ ਕੇ ਉਹ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਜਿਸ ਤਰ੍ਹਾਂ ਅਸੀਂ ਚਾਹ ਬੋਲਦੇ ਸਮੇਂ ਚਾਹ-ਚੂ ਤੇ ਰੋਟੀ ਬੋਲਦੇ ਸਮੇਂ ਰੋਟੀ-ਰੂਟੀ, ਪਾਣੀ-ਧਾਣੀ ਆਦਿ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਇਹਨਾਂ ਸ਼ਬਦਾਂ ਵਿੱਚ ਚਾਹ, ਪਾਣੀ, ਰੋਟੀ ਤਾਂ ਸਾਰਥਕ ਸ਼ਬਦ ਹਨ ਪਰ ਚੂ, ਰੂਟੀ ਤੇ ਪਾਣੀ ਸ਼ਬਦ ਨਿਰਾਰਥਕ ਸ਼ਬਦ ਹਨ। ਦੋਸਤੋ, ਬਣਤਰ ਦੇ ਆਧਾਰ ਤੇ ਵੀ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਮੂਲ ਸ਼ਬਦ ਤੇ ਰਚਿਤ ਸ਼ਬਦ। ਰਚਿਤ ਸ਼ਬਦਾਂ ਨੂੰ ਯੋਗਿਕ ਸ਼ਬਦ ਵੀ ਕਿਹਾ ਜਾਂਦਾ ਹੈ। ਮੂਲ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਨੂੰ ਅੱਗੇ ਹੋਰ ਹਿੱਸਿਆਂ ਵਿੱਚ ਨਾ ਵੰਡਿਆ ਜਾ ਸਕੇ, ਜਿਵੇਂ ਨਮਕ। ਇਹਨਾਂ ਸ਼ਬਦਾਂ ਨੂੰ ਅਲੱਗ-ਅਲੱਗ ਤੋੜ ਕੇ ਲਿਖਣ ਤੇ ਇਹਨਾਂ ਦਾ ਕੋਈ ਭਾਵ ਨਹੀਂ ਨਿਕਲਦਾ, ਇਹ ਆਪਣੇ ਆਪ ਵਿੱਚ ਹੀ ਪੂਰਨ ਹੁੰਦੇ ਹਨ। ਜੇਕਰ ਇਹਨਾਂ ਨੂੰ ਤੋੜਿਆ ਜਾਵੇ ਤਾਂ ਇਹ ਅਰਥਹੀਨ ਹੋ ਜਾਂਦੇ ਹਨ। ਤੇ ਦੂਜੇ ਹਨ ਰਚਿਤ ਜਾਂ ਯੋਗਿਕ ਸ਼ਬਦ, ਉਹ ਸ਼ਬਦ ਜੋ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੀ ਮਦਦ ਨਾਲ ਰਚੇ ਜਾਣ। ਮੂਲ ਸ਼ਬਦਾਂ ਦੀ ਸਹਾਇਤਾ ਨਾਲ ਰਚਿਤ ਸ਼ਬਦਾਂ ਦੀ ਉਤਪਤੀ ਹੁੰਦੀ ਹੈ, ਜਿਵੇਂ ਗੁਰਮੁਖ, ਰੇਲ ਗੱਡੀ, ਚੰਗਾ ਮਾੜਾ ਆਦਿ। ਇਹਨਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸਮਾਸੀ ਸ਼ਬਦ ਤੇ ਉਤਪੰਨ ਸ਼ਬਦ। ਸਮਾਸੀ ਸ਼ਬਦ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਸ਼ਬਦ। ਇਹਨਾਂ ਨੂੰ ਜੋੜਨੀ ਲਾ ਕੇ ਲਿਖਿਆ ਜਾਂਦਾ ਹੈ, ਜਿਵੇਂ ਚੰਗਾ ਮਾੜਾ, ਘਰ-ਬਾਰ, ਦਿਨ-ਰਾਤ ਆਦਿ। ਤੇ ਉਤਪੰਨ ਸ਼ਬਦ ਉਹ ਸ਼ਬਦ ਹੁੰਦੇ ਹਨ ਜੋ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਜੋੜ ਲਗਾ ਕੇ ਬਣਾਏ ਜਾਣ, ਭਾਵ ਅਗੇਤਰ ਜਾਂ ਪਿਛੇਤਰ ਲਾ ਕੇ ਨਵੇਂ ਸ਼ਬਦਾਂ ਦੀ ਉਤਪਤੀ ਕੀਤੀ ਜਾਵੇ। ਇਹਨਾਂ ਨਵੇਂ ਬਣੇ ਸ਼ਬਦਾਂ ਵਿੱਚ ਜੋੜਨੀ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ, ਜਿਵੇਂ ਸਪੁੱਤਰ, ਪਾਠਸ਼ਾਲਾ, ਉਪਕਾਰ ਆਦਿ। ਉਤਪਤੀ ਦੇ ਆਧਾਰ ਤੇ ਸ਼ਬਦਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਤਤਸਮ ਸ਼ਬਦ, ਤਦਭਵ ਸ਼ਬਦ ਤੇ ਦੇਸੀ ਸ਼ਬਦ। ਤਤਸਮ ਸ਼ਬਦ ਉਹ ਸ਼ਬਦ ਹਨ ਜੋ ਦੂਜੀਆਂ ਭਾਸ਼ਾਵਾਂ ਤੋਂ ਜਿਉਂ ਦੇ ਤਿਉਂ ਹੀ ਪੰਜਾਬੀ ਵਿੱਚ ਸ਼ਾਮਲ ਕਰ ਲਏ ਜਾਣ, ਜਿਵੇਂ ਸੰਸਕ੍ਰਿਤ ਤੋਂ ਗਿਆਨ, ਯਾਤਰਾ, ਸ਼ਕਤੀ ਆਦਿ, ਅੰਗਰੇਜ਼ੀ ਤੋਂ ਸਕੂਲ, ਸਾਈਕਲ, ਰੇਲ, ਗਲਾਸ, ਕਾਪੀ ਆਦਿ, ਅਰਬੀ ਫਾਰਸੀ ਤੋਂ ਬਾਦਸ਼ਾਹ, ਵਕੀਲ, ਤੀਰ,
ਕਮਾਨ, ਬੰਦੂਕ, ਚਾਕੂ ਆਦਿ। ਹਿੰਦੀ ਤੋਂ ਕਵੀ, ਪਤੀ, ਪੁੱਤਰ ਆਦਿ। ਤਦਭਵ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਹੋਵੇ। ਜਿਵੇਂ ਲਕਸ਼ਮੀ ਨੂੰ ਲੱਛਮੀ, ਦੇਸ਼ ਨੂੰ ਦੇਸ, ਅਲਮੀਰਾ ਨੂੰ ਅਲਮਾਰੀ, ਸੈਲਡ ਨੂੰ ਸਲਾਦ ਆਦਿ ਕਿਹਾ ਜਾਂਦਾ ਹੈ। ਦੇਸੀ ਸ਼ਬਦ ਦੇਸੀ ਸ਼ਬਦ ਆਪਣੇ ਦੇਸ਼ ਦੇ ਲੋਕ ਜੀਵਨ ਵਿੱਚ ਬੋਲਚਾਲ ਦੇ ਉਹ ਸ਼ਬਦ ਜੋ ਮੂਲ ਆਪਣੀ ਸੰਸਕ੍ਰਿਤੀ ਦੇ ਹੋਣ, ਜਿਵੇਂ ਇੱਟ, ਖੁਰਪਾ, ਕੱਦੂ, ਮੰਜੀ, ਛਾਤੀ ਆਦਿ। ਅਗਲਾ ਹੈ ਵਰਤੋਂ ਦੇ ਆਧਾਰ ਤੇ। ਵਰਤੋਂ ਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਕੋਸ਼ਗਤ ਸ਼ਬਦ ਤੇ ਵਿਆਕਰਨਕ ਸ਼ਬਦ। ਕੋਸ਼ਗਤ ਸ਼ਬਦ ਤੋਂ ਭਾਵ ਉਹਨਾਂ ਸ਼ਬਦਾਂ ਤੋਂ ਹੈ ਜਿਨ੍ਹਾਂ ਨੂੰ ਮੁੱਢਲੀ ਇਕਾਈ ਵਜੋਂ ਕੋਸ਼ ਵਿੱਚ ਦਰਜ ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਕੁਰਸੀ ਕੋਸ਼ਗਤ ਸ਼ਬਦ ਹੈ ਜਿਸ ਵਿੱਚ ਇਸਦਾ ਅਰਥ ਹੈ ਇੱਕ ਵਸਤੂ ਜਿਸ ਤੋਂ ਬੈਠਣ ਦਾ ਕੰਮ ਲਿਆ ਜਾਂਦਾ ਹੈ। ਵਿਆਕਰਨਿਕ ਸ਼ਬਦ ਪੰਜਾਬੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸ਼ਬਦ ਰੂਪਾਂ ਨੂੰ ਵਿਆਕਰਨਿਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਕੁਰਸੀ ਨਾਂਵ ਸ਼ਬਦ ਹੈ, ਵਸਤੂਵਾਚਕ ਨਾਂਵ ਹੈ, ਇੱਕ ਵਚਨ ਹੈ, ਇਸਤਰੀ ਲਿੰਗ ਹੈ ਆਦਿ ਵੱਖ-ਵੱਖ ਰੂਪ ਵਿਆਕਰਨਿਕ ਦਰਜਾ ਰੱਖਦੇ ਹਨ। ਰੂਪ ਦੇ ਆਧਾਰ ਤੇ ਸ਼ਬਦਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ। ਵਿਕਾਰੀ ਸ਼ਬਦ ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ, ਭਾਵ ਉਹ ਸ਼ਬਦ ਜੋ ਵਿਆਕਰਨਿਕ ਸ਼ਬਦਾਵਲੀ ਵਿੱਚ ਆਪਣਾ ਰੂਪ ਬਦਲ ਲੈਣ, ਉਹ ਵਿਕਾਰੀ ਸ਼ਬਦ ਹੁੰਦੇ ਹਨ। ਜਿਵੇਂ ਨਦੀ, ਨਦੀਆਂ, ਮੁੰਡਾ ਤੋਂ ਮੁੰਡੇ, ਮੁੰਡਿਆ, ਮੁੰਡਿਓ ਆਦਿ। ਅਵਿਕਾਰੀ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਆਉਂਦੀ, ਭਾਵ ਇਹਨਾਂ ਦਾ ਰੂਪ ਉਹ ਹੀ ਰਹਿੰਦਾ ਹੈ। ਜਿਨ੍ਹਾਂ ਵਿੱਚ ਯੋਜਕ ਆਉਂਦੇ ਹਨ, ਜਿਵੇਂ ਨੇ, ਨੂੰ, ਕੇ, ਪਰ, ਤੋਂ, ਫਿਰ, ਹਾਂ ਆਦਿ। ਇਸ ਤਰ੍ਹਾਂ ਦੋਸਤੋ ਇਹ ਸੀ ਸ਼ਬਦਾਂ ਬਾਰੇ ਜਾਣਕਾਰੀ। ਆਸ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਵਾਸਤੇ ਸਬਸਕ੍ਰਾਈਬ ਦਾ ਬਟਨ ਦਬਾ ਕੇ ਬੈਲ ਆਈਕਨ ਨੂੰ ਦਬਾਓ। ਧੰਨਵਾਦ।